ਵਾਹਿਗੁਰੂ 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 ਜਨਮ ਅਕਾਰਥ ਕੀਨ ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕਉ ਮੀਨ ਬਿਖਿਆ ਨ ਸਿਉ ਕਾਹੇ ਰਚਿਓ ਨਿਮਖ ਨ ਹੋਏ ਉਦਾਸ ਕਉ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ ਤਰਨਾ ਪੋ ਇਉ ਹੀ ਗਇਓ ਲਿਓ ਜਰਾ ਤਨ ਜੀਤ ਕਉ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ। ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੈ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ। ਇਹ ਕਰਨ ਕਾਰਨ ਪਤਿਤ ਪਾਵਨ ਕਿਰਪਾ ਨਿਧਾਨ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸਮੂਹ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਜੀ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀਓ। ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਪਾਤਸ਼ਾਹ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਕੋਟਾਨ ਕੋਟ ਸ਼ੁਕਰ ਹੈ ਸਾਹਿਬ ਜੀ। ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ। ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਸਿੱਖਾਂ ਸੇਵਕਾਂ ਨੇ ਰਲ ਮਿਲ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਗੁਰਦੁਆਰਾ ਸਿੱਖ ਲਹਿਰ ਇੰਟਰਨੈਸ਼ਨਲ ਪਾਵਨ ਸਥਾਨ ਆਪ ਜੀ ਦੇ ਪਾਵਨ ਉਪਦੇਸ਼ਾਂ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਭੁੱਲਿਆ ਪਾਤਸ਼ਾਹ ਜੀ ਸ਼ੁਕਰਾਨੇ ਵਜੋਂ ਸੇਵਕਾਂ ਵੱਲੋਂ ਆਪ ਜੀ ਦੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਸਨ। ਪਵਿੱਤਰ ਬਾਣੀ ਦੀ ਸੰਪੂਰਨਤਾ ਤੇ ਸੁਖਮਨੀ ਸਾਹਿਬ ਦੇ ਜਾਪ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਧੁਰਕੀ ਬਾਣੀ ਦੇ ਜਾਪ ਕੀਤੇ ਗਏ। ਪਾਵਨ ਬਾਣੀ ਦੇ ਜਾਪ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਮੁਆਫ ਕਰਨੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਜਿਨ੍ਹਾਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸੇਵਕਾਂ ਨੇ ਇਹ ਸਿੱਖੀ ਪ੍ਰਚਾਰ ਦਾ ਸੈਂਟਰ ਖੋਲ੍ਹਿਆ ਦਾਤਾਰ ਪਿਤਾ ਜੀਓ। ਸੇਵਕਾਂ ਨੂੰ ਸਫਲਤਾਵਾਂ ਕਾਮਯਾਬੀਆਂ ਬਖਸ਼ਿਸ਼ ਕਰਨੀਆਂ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ ਸਿੱਖੀ ਸਿਧਾਂਤ ਅਨੁਸਾਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਸੋਝੀ ਸਮਰੱਥਾ ਬਖਸ਼ਿਸ਼ ਕਰਨੀ ਜੀਓ। ਸੇਵਕਾਂ ਦੇ ਦਰਮਿਆਨ ਆਪਸੀ ਪ੍ਰੇਮ ਪਿਆਰ ਏਕਤਾ ਇਤਫਾਕ ਬਖਸ਼ਿਸ਼ ਕਰਨਾ। ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਅੰਗ ਸੰਗ ਸਹਾਈ ਹੋਣਾ। ਦਾਤਾਰ ਪਿਤਾ ਜੀਓ ਦਰ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਪੜੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਦੀ ਕਿਰਪਾਲਤਾ ਕਰਨੀ ਜੀ। ਸਭਨਾਂ ਨੂੰ ਦਰੋਂ ਕਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਚੜ੍ਹਦੀ ਕਲਾ ਦਾ ਜੀਵਨ ਬਖਸ਼ੇ ਕਰਤਾਰਥ ਕਰਨਾ ਜੀ।
ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਸਜ ਕੇ ਹਾਜ਼ਰ ਹੈ। ਆਪ ਜੀ ਕੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਕੜਾਹ ਪ੍ਰਸ਼ਾਦ ਸੰਗਤ ਵਿੱਚ ਵਰਤੇ। ਕਿਰਪਾ ਕਰੋ, ਦਇਆ ਦ੍ਰਿਸ਼ਟੀ ਕਰੋ, ਦਰੋਂ ਕਰੋ ਇਲਾਹੀ ਫਰਮਾਨ ਬਖਸ਼ੋ। ਹੁਕਮ ਅਨੁਸਾਰ ਫਰਮਾਨ ਅਨੁਸਾਰ ਚੱਲਣ ਦੀ ਸੋਝੀ ਬਖਸ਼ਿਸ਼ ਕਰਨੀ। ਸਭਨਾਂ ਨੂੰ ਜੀਵਨ ਜੁਗਤ ਬਖਸ਼ਿਸ਼ ਕਰਨੀ ਜੀਓ। ਸਹੀ ਗੁਰਸਿੱਖ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਬੋਚੈ, ਖੋਜ ਸ਼ਬਦ ਮੈਲ। ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਈ। द्वार हुए सब मिलेंगे, बचे शरण जो होए। बोले सो निहाल। वाहिगुरु जी का खालसा, वाहिगुरु जी की फतेह। ਸਤਿਨਾਮ ਸ੍ਰੀ ਵਾਹਿਗੁਰੂ ਜੀ। ਮੈਂ ਬੱਧੀ ਸੱਚ ਧਰਮਸਾਲ ਹੈ, ਗੁਰ ਸਿੱਖਾਂ ਲੈਂਦਾ ਭਾਲ ਕੈ। ਪੈਰ ਧੋਵਾਂ ਪੱਖਾ ਫੇਰਦਾ, ਤਿਸ ਨਿਵ ਨਿਵ ਲਗਾ ਪਾਏ ਜੀਓ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵਿਸਾਹੋ। ਵਾਹਿਗੁਰੂ ਜੀ ਤਨਾਸਰੀ, ਮਹਿਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿ ਨਹੀਂ ਲਹੀਐ। ਰਹਾਉ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧि ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਕਰਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹਜ਼ੂਰ
ਅੱਜ ਦੇ ਇਸ ਵਿਸ਼ੇਸ਼ ਗੁਰਮਤਿ ਸਮਾਗਮ ਦੇ ਦੌਰਾਨ ਸਾਹਿਬ ਜੀ ਦੀ ਹਜ਼ੂਰੀ 'ਚ ਜੁੜ ਬੈਠੇ ਸਤ ਸੰਗੀ ਪਿਆਰਿਓ, ਭਾਗਾਂ ਵਾਲਿਓ, ਜਿਨ੍ਹਾਂ ਨੂੰ ਸਾਹਿਬ ਜੀ ਨੇ ਇਹ ਅਵਸਰ ਬਖਸ਼ਿਸ਼ ਕੀਤਾ ਜੀਵਨ ਦੇ ਵਿੱਚ ਸਤ ਸੰਗਤ ਕਰਨ ਦੀਆਂ, ਇਹ ਆਪਾਂ ਸਭਨਾਂ ਨੂੰ ਘੜੀਆਂ ਨਸੀਬ ਹੋਈਆਂ ਨੇ। ਔਰ ਮੈਂ ਆਪ ਹਾਜ਼ਰ ਸੰਗਤ ਜਾਂ ਦੂਰ ਦੁਰਾਡੇ ਜਿੱਥੇ ਵੀ ਕੋਈ ਸਰਵਣ ਕਰਦਾ ਹੈ, ਮੈਂ ਸਭਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਹਾਂ। ਜੋ ਦਾਸ ਨੂੰ ਪਤਾ ਲੱਗਿਆ ਵੀ ਇਸ ਇਲਾਕੇ ਦੇ ਵਿੱਚ ਨੇੜੇ ਤੇੜੇ ਕਿਤੇ ਵੀ ਗੁਰਦੁਆਰਾ ਸਾਹਿਬ ਜਾਂ ਪਾਵਨ ਸਥਾਨ ਸਿੱਖ ਗੁਰਦੁਆਰਾ ਨਹੀਂ ਸੀ, ਪਰ ਸੁਹਿਰਦ ਗੁਰਸਿੱਖਾਂ ਨੇ ਇਹ ਮਨ ਅੰਦਰ ਭਾਵਨਾ ਰੱਖ ਕੇ ਇਸ ਇਲਾਕੇ 'ਚ ਪਾਵਨ ਸਥਾਨ ਖੋਲ੍ਹਿਆ ਜਿੱਥੇ ਅੱਜ ਆਪਾਂ ਜੁੜ ਬੈਠੇ ਹਾਂ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਜੋ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ, ਉਹਦੀ ਸੰਪੂਰਨਤਾ ਹੋਈ। ਅਰਦਾਸ ਬੇਨਤੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਕੀਤੀ ਹੈ ਕਿ ਸਤਿਗੁਰੂ ਆਪ ਇਹ ਜੋ ਸਿੱਖੀ ਦਾ ਸੈਂਟਰ ਖੋਲ੍ਹਿਆ ਗਿਆ ਸਿੱਖ ਗੁਰਦੁਆਰਾ, ਕਿਉਂਕਿ ਗੁਰਦੁਆਰੇ ਹੋਏ ਸੋਝੀ ਪਾਏ ਸੀ, ਇਹ ਕੇਵਲ ਪੂਜਾ ਦਾ ਅਸਥਾਨ ਨਾ ਰਹਿ ਕੇ ਲਰਨਿੰਗ ਸੈਂਟਰ ਹੈ, ਜਿੱਥੋਂ ਅਸੀਂ ਸਿੱਖੀ ਦੀ ਜੀਵਨ ਜਾਚ ਪ੍ਰਾਪਤ ਕਰਨੇ ਆ। ਮੈਂ ਕਈ ਵਾਰੀ ਬੇਨਤੀ ਕਰਿਆ ਕਰਨਾ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਜਿਆ ਹੈ, ਮੱਥਾ ਟੇਕਿਆ, ਬਹੁਤ ਇੱਕ ਸੰਭਾਲਿਆ, ਚੰਗੀ ਗੱਲ ਹੈ, ਸੰਭਾਲਣਾ ਚਾਹੀਦਾ ਹੈ, ਪਰ ਅਸੀਂ ਬਾਣੀ ਨੂੰ ਸਮਝ ਕੇ ਬਾਣੀ ਅਨੁਸਾਰ ਜੀਵਨ ਜੀਉ ਨਹੀਂ ਸਕੇ। ਵੈਸਟਰਨ ਦੇ ਲੋਕਾਂ ਨੇ, ਜਿਨ੍ਹਾਂ ਦੇਸ਼ਾਂ 'ਚ ਅਸੀਂ ਵਸੇ ਹਾਂ, ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਇੱਕ ਗੱਲ ਕਹਿ ਦਿੱਤੀ ਵੀ ਦੁਨੀਆ ਦੇ ਅੰਦਰ ਇੱਕੋ ਇੱਕ ਐਸਾ ਧਾਰਮਿਕ ਗ੍ਰੰਥ ਹੈ ਜਿਹੜਾ ਸਮੁੱਚੀ ਮਨੁੱਖਤਾ ਦੇ ਲਈ ਵੇ ਆਫ ਲਾਈਫ ਹੈ। ਇਹ ਜੀਵਨ ਜੀਉਣ ਦਾ ਇੱਕ ਤਰੀਕਾ ਹੈ, ਵਿਧੀ ਵਿਧਾਨ ਹੈ। ਤੋ ਸਤਿਗੁਰੂ ਜੀ ਦੇ ਹਜ਼ੂਰੀ 'ਚ ਆਪਾਂ ਬੈਠੇ ਹਾਂ, ਅਰਦਾਸ ਬੇਨਤੀ ਕੀਤੀ, ਪਾਤਸ਼ਾਹ ਨੇ ਸਾਡੀ ਭਾਵਨਾ ਦੇ ਮੁਤਾਬਕ ਸਾਡੀ ਝੋਲੀ 'ਚ ਹੁਕਮਨਾਮੇ ਦੀ ਦਾਤ ਪਾਈ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 673 ਅਤੇ 674 ਤੇ ਇਹ ਪਾਵਨ ਸ਼ਬਦ ਧਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਸੁਭਾਏਮਾਨ ਹੈ। ਮੇਰੇ ਗੁਰਦੇਵ ਪਿਤਾ ਜੀ ਨੇ ਸ਼ਬਦ ਦਾ ਜੋ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ, ਰਹਾਉ ਦੀਆਂ ਪੰਕਤੀਆਂ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ, ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਐ। ਸਾਡੀ ਜ਼ਬਾਨ ਇੱਕ ਹੈ, ਰੱਬ ਜੀ ਦੇ ਗੁਣ ਬੇਅੰਤ ਹਨ। ਕਿੰਨੇ ਕੁ ਅਸੀਂ ਗੁਣ ਇੱਕ ਜ਼ਬਾਨ ਦੇ ਨਾਲ ਪਰਮੇਸ਼ਰ ਦੇ ਗਾ ਸਕਦੇ ਹਾਂ, ਉਹਦੀ ਵਾਹ ਵਾਹ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਪਰਮੇਸ਼ਰ ਦੀ ਸਿਫਤਸਲਾ ਕਰਦੇ ਹਾਂ, ਵਾਹ ਵਾਹ ਕਰਦੇ, ਇਹੀ ਉਹਦਾ ਸਿਮਰਨ ਹੋਵੇਗਾ, ਇਹੀ ਉਸ ਦਾ ਨਾਮ ਜਪਣਾ ਹੋਵੇਗਾ। ਸਾਡੇ ਵਿੱਚ ਕਿੰਨੇ ਰੱਬ ਨੇ ਗੁਣ ਪਾਏ ਨੇ, ਅੱਖਾਂ ਦੇਖਣ ਲਈ ਦਿੱਤੀਆਂ ਹਨ, ਕੰਨ ਸੁਣਨ ਲਈ ਦਿੱਤੇ ਨੇ, ਜ਼ਬਾਨ ਬੋਲਣ ਲਈ ਦਿੱਤੀ ਹੈ, ਪੈਰ ਚੱਲਣ ਲਈ ਦਿੱਤੇ ਨੇ, ਹੱਥ ਕਰਮ ਕਰਨ ਲਈ ਦਿੱਤੇ ਹਨ, ਦਿਮਾਗ ਸੋਚਣ ਦੇ ਲਈ ਦਿੱਤਾ ਹੋਇਆ। ਕਿੰਨਾ ਕੁਝ ਪਰਮੇਸ਼ਰ ਨੇ ਸਾਡੇ ਇਸ ਪੰਜਾਂ ਤੱਤਾਂ ਤੋਂ ਬਣੇ ਸਰੀਰ ਦੇ ਅੰਦਰ ਭਰਿਆ ਹੋਇਆ ਹੈ। ਸੁਖਮਨੀ ਬਾਣੀ ਦੇ ਅੰਦਰ ਜਦੋਂ ਅਸੀਂ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਹਾਂ ਨਾ ਜੀ, ਜਿਹੜੇ ਸਾਹਿਬ ਦੇ ਬਚਨ ਆਉਂਦੇ ਨੇ ਕਿ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਇਹ ਤੇ ਤੂੰ ਦਾ ਅਰਥ ਹੈ ਤੈਨੂੰ, ਜਿਸ ਪਰਮੇਸ਼ਰ ਨੇ ਤੈਨੂੰ ਸਾਜ ਕੇ ਸਵਾਰ ਕੇ ਗੁਣਾਂ ਦੇ ਨਾਲ ਸ਼ਿੰਗਾਰਿਆ। ਹੁਣ ਸਾਨੂੰ ਰੱਬ ਨੇ ਕਿਵੇਂ ਘੜਿਆ, ਕਿਸੇ ਨੂੰ ਕੋਈ ਪਤਾ ਨਹੀਂ। ਮੈਡੀਕਲ ਸਾਇੰਸ ਆਈਡੀਆ ਲਾਉਂਦੀ ਹੈ ਮਾਤਾ ਦੇ ਉਦਰ ਦੇ ਵਿੱਚ ਬੱਚੇ ਦੀ ਗਰੋਥ ਕਿਵੇਂ ਹੋ ਰਹੀ ਹੈ, ਕਿਵੇਂ ਸਾਡੇ ਸਰੀਰ ਦੇ ਅੰਗ ਬਣਦੇ ਨੇ, ਮੈਡੀਕਲ ਸਾਇੰਸ ਨੂੰ ਨਹੀਂ ਪਤਾ ਲੱਗ ਰਿਹਾ। ਕਿਵੇਂ ਸਾਡਾ ਪੰਜਾਂ ਤੱਤਾਂ ਦਾ ਸਰੀਰ ਬਣਾ ਕੇ ਅੱਖਾਂ ਬਣ ਗਈਆਂ, ਕੰਨ ਬਣ ਗਏ, ਅੰਦਰ ਨਰਵਸ ਸਿਸਟਮ ਜਿਹੜਾ ਹੈ
ਇਹ ਕਿਵੇਂ ਰੱਬ ਨੇ ਸੈੱਟ ਕੀਤਾ, ਕਿਵੇਂ ਬਣਾਇਆ ਹੈ, ਮੈਡੀਕਲ ਸਾਇੰਸ ਨੂੰ ਨਹੀਂ ਪਤਾ। ਮੈਡੀਕਲ ਸਾਇੰਸ ਇੰਨਾ ਦੱਸ ਸਕਦੀ ਹੈ ਕਿ ਸਰੀਰ ਦੇ ਵਿੱਚ ਹਰਕਤ ਹੈ, ਸਰੀਰ ਦੇ ਵਿੱਚ ਜਿੰਦ ਜਾਨ ਰੱਬ ਨੇ ਕਦੋਂ ਪਾਈ, ਨਹੀਂ ਮੈਡੀਕਲ ਸਾਇੰਸ ਨੂੰ ਪਤਾ। ਮੈਡੀਕਲ ਸਾਇੰਸ ਨੇ ਆਈਡੀਆ ਲਾ ਕੇ ਦੱਸ ਦਿੱਤਾ ਵੀ ਇੰਨੇ ਮਹੀਨਿਆਂ ਬਾਅਦ ਬੱਚੇ ਦਾ ਬਰਥ ਹੋਵੇਗਾ। ਕਿਵੇਂ ਰੱਬ ਨੇ ਸਾਨੂੰ ਘੜਿਆ, ਕਿਵੇਂ ਸਾਡੀਆਂ ਉਂਗਲਾਂ, ਕਿਵੇਂ ਹੱਥ ਨੇ, ਕਿਵੇਂ ਪੈਰ ਨੇ, ਕਿਵੇਂ ਸਾਡੇ ਸਰੀਰ ਦੇ ਅੰਦਰ ਮਾਲਕ ਨੇ ਦਿਮਾਗ ਬਰੇਨ ਟਿਕਾਇਆ, ਕਿਵੇਂ ਹਾਰਟ ਦਿਲ ਕਿਵੇਂ ਰੱਖਿਆ, ਉਹਦੇ ਆਪਣੇ ਫੰਕਸ਼ਨ ਨੇ, ਕਿਵੇਂ ਕਿਡਨੀਆਂ ਸਾਡੇ ਅੰਦਰ ਰੱਬ ਨੇ ਟਿਕਾਈਆਂ, ਕਿਵੇਂ ਗਿਆਨ ਇੰਦਰੇ, ਕਿਵੇਂ ਕਰਮ ਇੰਦਰੇ ਪਰਮੇਸ਼ਰ ਨੇ ਸਾਡੇ ਕੜੇ ਤੇ ਬਣਾਉਣ ਵਾਲਾ ਜਾਣਦਾ ਹੈ ਨਾ ਜੀ। ਤੇ ਸਾਹਿਬ ਸਤਿਗੁਰੂ ਨੇ ਜੋ ਮੈਂ ਬੇਨਤੀ ਕਰਨੀ ਚਾਹੁੰਦਾ, ਗੁਰੂ ਸਾਹਿਬ ਕਹਿੰਦੇ ਨੇ ਜਿਸ ਮਾਲਕ ਨੇ ਸਾਨੂੰ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਪਾਮ ਪੈਰ ਹਸਤ ਹੱਥ ਕਰਨ ਕੰਨ ਰਸਨਾ ਜ਼ਬਾਨ ਨੇਤਰ ਅੱਖਾਂ, ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ। ਕਹਿੰਦੇ ਉਹਨੂੰ ਰੱਬ ਨੂੰ ਭੁਲਾ ਕੇ ਤੂੰ ਹੋਰ ਪਾਸੇ ਕਿਉਂ ਰਚਿਆ ਹੋਇਆ, ਉਹਦਾ ਸ਼ੁਕਰਾਨਾ ਕਰਿਆ ਕਰ। ਰੱਬ ਦੇ ਗੁਣਾਂ ਦਾ ਕੋਈ ਪਾਰਾਵਾਰ ਨਹੀਂ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਐ। ਇਹ ਦਾਤਾ ਜੀ ਤੂੰ ਬੜਾ ਬੇਸ਼ੁਮਾਰ ਹੈ, ਤੇਰੇ ਗੁਣਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ, ਤੇਰਾ ਕੋਈ ਹੱਦ ਬੰਨਾ ਨਹੀਂ, ਤੂੰ ਬੇਅੰਤ ਹੈ, ਸਭ ਦਾ ਮਾਲਕ ਹੈ, ਅਜੇ ਤੱਕ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਪਿੱਛੇ ਵੀ ਕੀਤੀ ਸੀ, ਅੱਜ ਵੀ ਇਸ਼ਾਰੇ ਮਾਤਰ ਕਰਦੇ ਹਾਂ। ਅੱਜ ਆਪਾਂ ਜੋ ਆਪਣੇ ਆਲੇ ਦੁਆਲੇ ਦੇ ਹਾਲਾਤ ਦੇਖਦੇ ਹਾਂ, ਕਿੰਨੇ ਅੰਤ ਪਾਇਆ ਰੱਬ ਦਾ ਜੀ, ਰੱਬ ਕੀ ਕਰ ਰਿਹਾ। ਵੱਡੇ ਵੱਡੇ ਸਿਆਣੇ ਸੂਝਵਾਨ ਸਾਇੰਟਿਸਟ ਵੀ ਇੱਥੇ ਝੁਕ ਗਏ, ਵੱਡੇ ਵੱਡੇ ਰਾਜੇ ਮਹਾਰਾਜੇ ਵੀ ਰੱਬ ਦੇ ਨਿਯਮ ਦੇ ਅੱਗੇ, ਉਹਦੇ ਹੁਕਮ ਦੇ ਅੱਗੇ ਸਭ ਕੁਝ ਇੱਕਦਮ ਹੀ ਸਟਕ ਹੋ ਗਿਆ। ਜਿੱਥੇ ਮਨੁੱਖ ਬੈਠਾ ਉੱਥੇ ਹੀ ਬੈਠਾ ਰਹਿ ਗਿਆ। ਤੋ ਇਹ ਪਰਮੇਸ਼ਰ ਦੀ ਖੇਡ ਹੈ। ਇੱਥੇ ਆ ਕੇ ਰੱਬ ਚੇਤੇ ਆਉਂਦਾ ਹੈ ਕਿ ਦਾਤਾ ਤੂੰ ਬੇਅੰਤ ਹੈ, ਸਾਡੀ ਰੱਬ ਅੱਗੇ ਕੋਈ ਪੇਸ਼ ਨਹੀਂ। ਜਿਸ ਠਾਕੁਰ ਸਿਓ ਨਾ ਹੀ ਚਾਰਾ, ਤਾਕੋ ਕੀਜੈ ਸਤ ਨਮਸਕਾਰਾ। ਉਹਦੇ ਅੱਗੇ ਹੱਥ ਜੁੜਦੇ ਨੇ। ਹੱਥ ਜੁੜਨ ਦਾ ਭਾਵ ਇਹ ਹੈ ਕਿ ਜਿਹਦੇ ਅੱਗੇ ਸਾਡੀ ਕੋਈ ਪੇਸ਼ ਨਾ ਚੱਲਦੀ ਹੋਵੇ, ਕਿ ਦਾਤਾ ਅਸੀਂ ਬੇਵੱਸ ਹਾਂ, ਸਾਡਾ ਕੋਈ ਸਾਡੇ ਵੱਸ ਨਹੀਂ, ਤੇਰਾ ਕੋਈ ਅੰਤ ਨਹੀਂ ਹੈ। ਪਤਾ ਨਹੀਂ ਪਲਾਂ ਦੇ ਵਿੱਚ ਪਰਮੇਸ਼ਰ ਕੀ ਕਰ ਦਿੰਦਾ ਹੈ। ਉਹ ਜੋ ਕਰਦਾ ਹੈ ਪ੍ਰਮੇਸ਼ਰ ਆਪਣੀ ਕੁਦਰਤ ਨੂੰ ਚਲਾਉਣ ਦੇ ਲਈ ਸਭ ਕੁਝ ਕਰ ਰਿਹਾ ਹੈ। ਤੋ ਸਹਿਬ ਆਖਦੇ ਨੇ ਮਾਲਕ ਸਾਨੂੰ ਪਾਲਦਾ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਦਾਤਾ ਜੀ ਤੂੰ ਸਾਨੂੰ ਦਾਤਾਂ ਦੇਣਾ, ਦਾਤੇ ਦਾਤਾਂ ਦੇਣ ਵਾਲਾ ਹੈ। ਅਸੀਂ ਮੰਗਦੇ ਸਭ ਕੁਝ ਪਰਮੇਸ਼ਰ ਦੇ ਕੋਲੋਂ, ਉਹ ਸਾਡਾ ਮਾਲਕ ਹੈ, ਸਾਨੂੰ ਪਾਲਦਾ ਹੈ, ਸਾਡੀ ਜੀਵਨ ਅਗਵਾਈ ਵੀ ਪਰਮੇਸ਼ਰ ਕਰਦਾ ਹੈ, ਸਾਡੇ ਅੰਦਰ ਸੋਚ ਰਾਹ ਪੈਦਾ ਕਰਦਾ ਹੈ। ਅੱਜ ਸੰਸਾਰ ਦੇ ਅੰਦਰ ਮਦਰਸ ਡੇ ਵੀ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਮੈਂ ਜਦੋਂ ਇਤਿਹਾਸ ਪੜ੍ਹਨਾ, ਇੱਕ ਮੇਰਾ ਪ੍ਰੋਫੈਸ਼ਨ ਹੈ, ਮੇਰਾ ਇਹ ਇਨਕਮ ਸੋਰਸ ਆਫ ਇਨਕਮ ਵੀ ਹੈ। ਜਦੋਂ ਮੈਂ ਹਿਸਟਰੀ ਪੜ੍ਹਦਾ, ਇਤਿਹਾਸ ਪੜ੍ਹੀਦਾ, ਸੋਚੀਦਾ ਵੀ ਸਾਡੇ ਗੁਰੂ ਸਾਹਿਬਾਨ ਨੇ ਸੰਸਾਰ ਨੂੰ ਕੈਸੀਆਂ ਨਿਆਮਤਾਂ ਦਿੱਤੀਆਂ, ਅਸੀਂ ਸਭ ਕੁਝ ਛੱਡ ਬੈਠੇ। ਕਦੇ ਆਪਾਂ ਮਦਰਸ ਡੇ ਦੀ ਹਿਸਟਰੀ ਪੜ੍ਹੀਏ, ਇਹ ਮੇਰੇ ਖਿਆਲ 1908 ਦੇ ਵਿੱਚ ਸ਼ੁਰੂ ਹੋਈ ਹੈ ਮਦਰਸ ਡੇ। ਅਮਰੀਕਾ ਦੇ ਵਿੱਚ, ਜਿਹੜਾ ਅਮਰੀਕਾ ਦਾ 1914 ਦੇ ਵਿੱਚ ਮੇਰੇ ਖਿਆਲ ਵੁਡਰੋ ਵਿਲਸਨ ਇੱਦਾਂ ਦਾ ਨਾਮ ਰਾਸ਼ਟਰਪਤੀ ਦਾ, ਉਹਨੇ 1914 ਦੇ ਵਿੱਚ ਇਹਨੂੰ ਇੰਟਰਨੈਸ਼ਨਲ ਡੇ ਦੇ ਵਜੋਂ ਮਨਾਉਣ ਦਾ ਆਦੇਸ਼ ਦਿੱਤਾ ਸੀ ਕਿ ਮਦਰਸ ਡੇ ਜਿਹੜਾ ਇੰਟਰਨੈਸ਼ਨਲ, ਪਹਿਲਾਂ ਨੈਸ਼ਨਲ ਸੀ ਫਿਰ ਇੰਟਰਨੈਸ਼ਨਲ। ਔਰ ਅੱਜ ਇਹ ਸੰਸਾਰਿਕ ਪੱਧਰ ਤੇ ਹੈ। ਮਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ, ਮਾਂ ਨੂੰ ਆਦਰ ਮਿਲਣਾ ਚਾਹੀਦਾ ਹੈ। ਜਦੋਂ ਅਸੀਂ ਪਰਮੇਸ਼ਰ ਦੀ ਕੁਦਰਤ ਨੂੰ ਪੜ੍ਹਦੇ ਹਾਂ, ਰੱਬ ਦੀ ਬਣਾਈ ਹੋਈ ਇਹ ਨੇਚਰ ਜਦੋਂ ਨੂੰ ਵਾਚਦੇ ਹਾਂ ਨਾ ਥੋੜ੍ਹਾ ਜਿਹਾ ਡੀਪਲੀ ਜਾ ਕੇ, ਕਿ ਜੇ ਮੈਂ ਇਹ ਕਹਿ ਲਵਾਂ ਰੱਬ ਤੋਂ ਵੀ ਜ਼ਿਆਦਾ ਪਵਿੱਤਰ ਮਾਂ ਸ਼ਬਦ ਹੈ। ਰੱਬ ਨੂੰ ਕਿਸੇ ਨੇ ਦੇਖਿਆ ਨਹੀਂ,
ਰੱਬ ਨੂੰ ਕਿਸੇ ਨੇ ਦੇਖਿਆ ਨਹੀਂ, ਪਰ ਮਾਂ ਨੂੰ ਆਪਾਂ ਆਪ ਦੇਖਨੇ ਆ। ਮਾਂ ਸਾਨੂੰ ਜਨਮ ਦਿੰਦੀ ਹੈ। ਮਾਂ ਆਪਣੀ ਜਵਾਨੀ, ਆਪਣਾ ਜੋਬਨ, ਆਪਣੀ ਸੁੰਦਰਤਾ ਦੁੱਧ ਦੇ ਰੂਪ ਵਿੱਚ ਘੋਲ ਕੇ ਸਾਨੂੰ ਪਿਲਾ ਕੇ ਜਵਾਨ ਕਰਦੀ ਹੈ। ਮੇਰਾ ਪੁੱਤ ਜਵਾਨ ਹੋਵੇ, ਮੇਰੀ ਧੀ ਜਵਾਨ ਹੋਵੇ, ਸਭ ਕੁਝ ਸਾਡੇ ਤੋਂ ਕੁਰਬਾਨ ਕਰ ਦਿੰਦੀ ਹੈ। ਔਰ ਮਾਂ ਇੱਕ ਐਸਾ ਸ਼ਬਦ ਹੈ ਕਿ ਜਦੋਂ ਆਫਟਰ ਬਰਥ ਬੱਚਾ ਬੋਲਣਾ ਸ਼ੁਰੂ ਕਰਦਾ ਹੈ, ਪਿਤਾ ਨਹੀਂ ਕਹਿੰਦਾ, ਬਾਪ ਨਹੀਂ ਕਹਿੰਦਾ, ਡੈਡੀ ਨਹੀਂ ਕਹਿੰਦਾ, ਜਦੋਂ ਬੱਚੇ ਦੀ ਜ਼ਬਾਨ ਤੇ ਪਹਿਲਾ ਲਫ਼ਜ਼ ਆਉਂਦਾ ਹੈ ਉਹ ਕੇਵਲ ਮਾਂ ਸ਼ਬਦ ਆਉਂਦਾ ਹੈ। ਤੇ ਮੈਂ ਜਦੋਂ ਹਿਸਟਰੀ ਪੜ੍ਹੀ ਕਿ ਇਹ ਤੇ 1914 ਦੇ ਵਿੱਚ ਸ਼ੁਰੂ ਹੋਇਆ। ਸੰਸਾਰ ਦੇ ਅੰਦਰ ਬੜੀਆਂ ਮਹਾਨ ਔਰਤਾਂ ਨੇ, ਬੜੀਆਂ ਸਨਮਾਨਯੋਗ ਨੇ। ਔਰਤ ਹਰ ਸਨਮਾਨਯੋਗ ਹੈ। ਔਰਤ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਹਰ ਧਰਮ ਦੇ ਵਿੱਚ, ਹਰ ਕੌਮ ਦੇ ਵਿੱਚ, ਹਰ ਦੇਸ਼ ਦੇ ਵਿੱਚ ਕੋਈ ਨਾ ਕੋਈ ਮਹਾਨ ਔਰਤ ਹੋਈ ਹੈ। ਪਰ ਇੱਕ ਮੈਂ ਦਾਅਵੇ ਨਾਲ ਗੱਲ ਕਹਿ ਸਕਦਾ, ਵਿਸ਼ਵਾਸ ਨਾਲ ਗੱਲ ਕਹਿ ਸਕਦਾ, ਇਹ ਇਸ ਲਈ ਨਹੀਂ ਕਿ ਮੈਂ ਸਿੱਖ ਹਾਂ ਤੇ ਮੈਂ ਆਪਣੇ ਧਰਮ ਦੀ ਜਾਂ ਆਪਣੇ ਵਡੇਰਿਆਂ ਦੀ ਤਾਰੀਫ ਕਰਾਂਗਾ। ਸੰਸਾਰ ਦੀਆਂ ਜਿੰਨੀਆਂ ਮਹਾਨ ਔਰਤਾਂ ਨੇ ਉਹਨਾਂ ਸਾਰਿਆਂ ਨੂੰ ਇਕੱਠੀਆਂ ਕਰ ਲਓ, ਜਿੰਨੀਆਂ ਮਹਾਨ ਔਰਤਾਂ ਨੇ, ਤੇ ਜਿਹੜਾ ਵੀ ਮਨੁੱਖ ਸਿਆਣਾ ਉਹਨੂੰ ਸਮਝੇਗਾ, ਸਭ ਤੋਂ ਉੱਪਰ ਕਹੇਗਾ ਕਿ ਮਾਤਾ ਗੁਜਰ ਕੌਰ ਵਰਗੀ ਮਾਂ ਦੁਨੀਆ ਤੇ ਕੋਈ ਨਹੀਂ ਹੈ। ਮਾਂ ਗੁਜਰ ਕੌਰ ਵਰਗੀ ਦੁਨੀਆ ਤੇ ਮਾਂ ਕੋਈ ਨਹੀਂ। ਅਸੀਂ ਮਾਤਾ ਗੁਜਰ ਕੌਰ ਨੂੰ ਮਦਰ ਡੇ ਦੇ ਵਜੋਂ ਨਹੀਂ ਮਨਾਉਂਦੇ। ਅਸੀਂ ਇਹਨਾਂ ਲੋਕਾਂ ਦਾ ਜਿਹੜੀ ਸੋਚ ਹੈ ਉਹਨੂੰ ਫੋਲੋ ਕਰ ਲਿਆ। ਅਸੀਂ ਵਿਸ਼ ਕਰਨੇ ਆ ਮਦਰ ਨੂੰ, ਚੰਗੀ ਗੱਲ ਹੈ। ਅੱਜ ਵੀ ਮਾਂ ਦੀ ਦੇਣ ਬਹੁਤ ਹੈ। ਪਰ ਜੇ ਕਿਤੇ ਮਾਤਾ ਗੁਜਰ ਕੌਰ ਦੇ ਨਾਂ ਤੇ ਅਸੀਂ ਮਦਰ ਡੇ ਮਨਾ, ਜਿਹਨੇ ਆਪਣਾ ਸਭ ਕੁਝ ਸਾਡੇ ਤੋਂ ਕੁਰਬਾਨ ਕੀਤਾ ਹੈ। ਪਤੀ ਵੀ ਕੁਰਬਾਨ ਨੇ, ਆਪ ਵੀ ਕੁਰਬਾਨ ਹੈ, ਪੋਤਰੇ ਕੁਰਬਾਨ ਹੈ, ਪੁੱਤਰ ਕੁਰਬਾਨ ਹੈ, ਪੀੜ੍ਹੀਆਂ ਕੁਰਬਾਨ ਨੇ। ਅੱਜ ਪਰਮੇਸ਼ਰ ਜਦੋਂ ਆਪਾਂ ਪੜ੍ਹਦੇ ਹਾਂ ਮਾਂ ਸਾਨੂੰ ਕਿਵੇਂ ਪਾਲਦੀ, ਰੱਬ ਕਿਸ ਰੂਪ ਦੇ ਵਿੱਚ ਸਾਨੂੰ ਪਾਲਦਾ ਹੈ। ਉਹ ਦਾਤਾ ਹੈ, ਪ੍ਰਤਪਾਲਕ ਹੈ। ਅਸੀਂ ਵੱਡੇ ਹੁੰਨੇ ਆ, ਮਾਂ ਦਾ ਦੇਣ ਅਸੀਂ ਭੁੱਲ ਜਾਂਦੇ ਆ। ਜਦੋਂ ਛੋਟੇ ਜਿਹੇ ਬੱਚੇ ਹੋਈਦਾ ਕਿਵੇਂ ਆਪ ਉਹ ਗਿੱਲੀ ਥਾਂ ਤੇ ਪੈ ਕੇ ਤੇ ਸਾਡੀ ਕੇਅਰ ਕਰਦੀ ਹੈ। ਜਦੋਂ ਅੱਜ ਦੇਖੀਦਾ ਸਮਾਜ ਦੇ ਹਾਲਾਤ, ਅੱਜ ਮਾਵਾਂ ਰੁਲਦੀਆਂ ਫਿਰਦੀਆਂ ਨੇ ਕਈ ਥਾਂ ਤੇ। ਅੱਜ ਡੇ ਤੇ ਮਨਾਉਂਦੇ ਆ ਬੜੇ ਲੋਕ। ਅੱਜ ਨੇ ਦੇਖੋ ਸੋਸ਼ਲ ਮੀਡੀਆ ਭਰਿਆ ਪਿਆ, ਮਦਰਸ ਡੇ ਦੀਆਂ ਵਿਸ਼ੇਸ ਹੋ ਰਹੀਆਂ ਨੇ। ਮੈਂ ਇਹ ਨਹੀਂ ਕਹਿੰਦਾ ਵੀ ਬਾਪ ਦਾ ਦੇਣ ਨਹੀਂ ਹੈ, ਬਾਪ ਦਾ ਵੀ ਬਹੁਤ ਵੱਡਾ ਦੇਣ ਸਮਾਜ ਵਿੱਚ ਹੈ। ਬੱਚਿਆਂ ਲਈ, ਪਰਿਵਾਰ ਲਈ ਜੋ ਪਿਤਾ ਦੀ ਕੁਰਬਾਨੀ ਦੀ ਆਪਣੀ ਹੈ। ਪਰ ਜਿਹੜੀ ਘਾਲਣਾ ਮਾਂ ਦੀ ਹੈ ਉਹ ਮਾਂ ਦੀ ਘਾਲਣਾ ਹੈ। ਮੈਂ ਹਿਟਲਰ ਬਾਦਸ਼ਾਹ ਬਾਰੇ ਪੜ੍ਹਿਆ ਜੀ। ਹਿਟਲਰ ਬਾਦਸ਼ਾਹ ਦੁਨੀਆ ਦਾ ਜੇਤੂ ਬਾਦਸ਼ਾਹ ਹੈ। ਬਾਦਸ਼ਾਹ ਹੈ ਤੇ ਬਾਦਸ਼ਾਹ ਦਾ ਜਿਹੜਾ ਡਰਾਇੰਗ ਰੂਮ ਹੈ ਉਹਦੇ ਵਿੱਚ ਤੇ ਬੜੀਆਂ ਵਧੀਆ ਪਿਕਚਰਾਂ, ਤਸਵੀਰਾਂ, ਫੋਟੋਆਂ ਹੋਣੀਆਂ ਚਾਹੀਦੀਆਂ ਨੇ। ਕਹਿੰਦੇ ਇੱਕ ਸੱਜਣ ਮਿਲਣ ਵਾਸਤੇ ਹਿਟਲਰ ਬਾਦਸ਼ਾਹ ਦਾ ਕੋਈ ਸੱਜਣ ਮਿੱਤਰ ਆਇਆ। ਉਹਨੇ ਉਹਨੂੰ ਆਪਣੇ ਡਰਾਇੰਗ ਰੂਮ ਦੇ ਵਿੱਚ ਬਿਠਾਇਆ, ਆਓ ਭਗਤ ਕੀਤੀ, ਰਸਮੀ ਗੱਲਬਾਤ ਕੀਤੀ। ਉਸ ਸੱਜਣ ਨੇ ਜਦੋਂ ਦੀਵਾਰ ਤੇ ਨਿਗਾਹ ਮਾਰੀ ਤੇ ਇੱਕ ਮਰਦ ਤੇ ਇੱਕ ਔਰਤ ਦੀ ਪਿਕਚਰ ਉਸ ਆਏ ਹੋਏ ਸੱਜਣ ਨੇ ਦੇਖੀ। ਰਸਮੀ ਗੱਲਬਾਤ ਦੇ ਬਾਅਦ ਵਿੱਚ ਇਹ ਸੱਜਣ ਨੇ ਇਸ਼ਾਰਾ ਕੀਤਾ, ਕਹਿਣ ਲੱਗਾ ਜੀ ਇਹ ਤੁਹਾਡੇ ਮਾਤਾ ਪਿਤਾ ਨੇ? ਤੇ ਹਿਟਲਰ ਕਹਿਣ ਲੱਗਾ ਮਾਂ ਤੇ ਮੇਰੀ ਹੈ, ਪਰ ਇਹ ਬੰਦਾ ਮੇਰਾ ਪਿਤਾ ਨਹੀਂ ਹੈ। ਕਹਿਣ ਲੱਗੇ ਬੰਦਾ ਪਿਤਾ ਨਹੀਂ? ਹੁਣ ਬੰਦੇ ਮਾਈਂਡ 'ਚ ਨੈਗੇਟਿਵਿਟੀ ਆਉਂਦੀ, ਮਾਂ ਦੇ ਨਾਲ ਇੱਕ ਗੈਰ ਮਰਦ ਦੀ ਫੋਟੋ ਇਹ ਕੀ ਹੋ ਸਕਦਾ ਹੈ? ਉਹ ਸੱਜਣ ਨੇ ਕਿਹਾ ਜੀ ਮੈਂ ਸਮਝਿਆ ਨਹੀਂ ਵੀ ਮਦਰ ਦੇ ਨਾਲ, ਮਾਂ ਦੇ ਨਾਲ ਇੱਕ ਹੋਰ ਬੰਦੇ ਦੀ ਫੋਟੋ। ਹਿਟਲਰ ਕਹਿਣ ਲੱਗਾ ਹਾਂ ਇਹ ਬੰਦਾ ਜਿਹੜਾ ਮੇਰਾ ਫਾਦਰ ਨਹੀਂ, ਮੇਰਾ ਪਿਤਾ ਨਹੀਂ ਹੈ, ਇਹ ਜਿਹੜੀ ਔਰਤ ਹੈ ਮੇਰੀ ਮਾਂ ਹੈ। ਉਹ ਕਹਿਣ ਲੱਗੇ ਵੀ ਇਹਦਾ ਕੀ ਕਾਰਨ ਹੈ? ਕਹਿਣ ਲੱਗੇ ਵੀ ਮੈਂ ਇਹਨਾਂ ਦੋਨਾਂ ਫੋਟੋਆਂ ਤੇ ਸਵੇਰੇ ਮੱਥਾ ਟੇਕ ਕੇ ਘਰੋਂ ਬਾਹਰ ਨਿਕਲਣਾ। ਉਹ ਕਹਿਣ ਲੱਗੇ ਜੀ ਇਹ ਕੀ ਗੱਲ ਹੋਈ? ਚਲੋ ਮਾਂ ਨੂੰ ਤੇ ਮੱਥਾ ਟੇਕਿਆ, ਮੰਨ ਲਿਆ ਵੀ ਮਾਂ ਦੇ ਪਰਉਪਕਾਰ ਨੇ, ਮਾਂ ਦੀਆਂ ਦੇਣਾਂ ਨੇ, ਪਰ ਇਸ ਬੰਦੇ ਨੂੰ ਮੱਥਾ ਟੇਕਣਾ ਇਹਦਾ ਕੀ ਕਾਰਨ ਹੈ? ਹਿਟਲਰ ਨੇ ਉਹਦੀ ਆਪਣੀ ਜਿਹੜੀ ਅੰਦਰ ਦੀ ਭਾਵਨਾ ਸੀ ਕਿ ਉਹ ਮੱਥਾ ਟੇਕਣ ਨੂੰ ਪ੍ਰਗਟ ਕੀਤਾ। ਕਹਿਣ ਲੱਗਾ ਮਾਂ ਨੂੰ ਮੈਂ ਮੱਥਾ ਇਸ ਵਾਸਤੇ ਟੇਕਣਾ ਕਿ ਜਿਹੜਾ ਬਚਪਨ ਦੇ ਵਿੱਚ ਮਾਂ ਨੇ ਮੇਰੀ ਘਾਟ ਘੜੀ ਹੈ, ਜੇ ਮੈਂ ਅੱਜ ਦੁਨੀਆ ਦੇ ਵਿੱਚ ਬਾਦਸ਼ਾਹ ਹਾਂ ਤੇ ਆਪਣੀ ਮਾਂ ਦੀ ਬਦੌਲਤ ਹਾਂ।
ਮਾਂ ਨੇ ਮੈਨੂੰ ਬੋਲਣਾ ਸਿਖਾਇਆ, ਮਾਂ ਨੇ ਤੁਰਨਾ ਸਿਖਾਇਆ, ਮਾਂ ਨੇ ਖਾਣਾ ਸਿਖਾਇਆ, ਮਾਂ ਨੇ ਪਹਿਨਣਾ ਸਿਖਾਇਆ। ਸੱਚਾਈ ਇਹ ਹੈ ਵੀ ਜ਼ਿੰਦਗੀ ਮੇਰੀ ਡਰਾਈਵ ਜਿਹੜੀ ਹੈ ਮੇਰੀ ਮਾਂ ਨੇ ਕੀਤੀ ਹੈ। ਮੈਂ ਮਾਂ ਦੇ ਕੋਲੋਂ ਬਹੁਤ ਕੁਝ ਸਿੱਖਿਆ, ਇਸ ਕਰਕੇ ਮੈਂ ਮਾਂ ਦੀ ਪੂਜਾ ਕਰਨਾ। ਤੇ ਜਿਹੜਾ ਇਹ ਮਰਦ ਹੈ ਇਹ ਮੇਰੀ ਗੱਡੀ ਦਾ ਅੱਜ ਡਰਾਈਵਰ ਹੈ। ਉਹ ਕਹਿੰਦੇ ਵੀ ਡਰਾਈਵਰ ਦੀ ਪੂਜਾ ਕਾਹਦੀ ਹੋਈ? ਕਹਿੰਦੇ ਹੁਣ ਜਿਹੜੀ ਮੇਰੀ ਜ਼ਿੰਦਗੀ ਉਹ ਡਰਾਈਵਰ ਦੇ ਹੱਥ ਹੈ। ਅੱਜ ਗੱਡੀ ਡਰਾਈਵਰ ਡਰਾਈਵ ਕਰਦਾ ਹੈ। ਜੇ ਡਰਾਈਵਰ ਮਾੜਾ ਮਿਲ ਜਾਏ, ਗੱਡੀ ਕਿਤੇ ਐਕਸੀਡੈਂਟ ਹੋ ਜਾਏ, ਜ਼ਿੰਦਗੀ ਖਤਮ ਹੋ ਜਾਏ, ਕਹਿੰਦਾ ਅੱਜ ਮੈਂ ਆਪਣੇ ਡਰਾਈਵਰ ਤੇ ਵਿਸ਼ਵਾਸ ਕਰਕੇ ਚੱਲਣਾ ਵੀ ਮੇਰਾ ਡਰਾਈਵਰ ਜਿਹੜਾ ਇਹ ਹੁਣ ਗੱਡੀ ਮੇਰੀ ਜਿਹੜੀ ਹੈ ਡਰਾਈਵਰ ਡਰਾਈਵ ਕਰਦਾ ਹੈ। ਤੇ ਮੈਂ ਇਸ ਕਰਕੇ ਇਹਨਾਂ ਦੋਨਾਂ ਦੀ ਪੂਜਾ ਕਰਨਾ। ਮੇਰੇ ਲਈ ਦੋਨੋਂ ਹੀ ਰੱਬ ਨੇ। ਇਹ ਮੈਂ ਇਸ ਲਈ ਬੇਨਤੀ ਕੀਤੀ ਜਿੱਥੇ ਪ੍ਰਤਪਾਲਕ ਸ਼ਬਦ ਹੈ ਕਿ ਰੱਬ ਸਾਨੂੰ ਪਾਲਦਾ ਹੈ। ਰੱਬ ਕਿਵੇਂ ਪਾਲਦਾ ਹੈ ਅਸੀਂ ਨਹੀਂ ਜਾਣਦੇ। ਮਾਂ ਨੂੰ ਦੁੱਧ ਕਿਵੇਂ ਆਇਆ ਅਸੀਂ ਨਹੀਂ ਜਾਣਦੇ। ਅਸੀਂ ਪੀਤਾ ਸੀ, ਜਵਾਨ ਹੋ ਗਏ। ਮਾਂ ਨੇ ਘਾਲਣਾ ਘਾਲੀ ਸਾਡੇ ਵਾਸਤੇ, ਅਸੀਂ ਨਹੀਂ ਜਾਣਦੇ। ਮਾਂ ਦੇ ਪਰਉਪਕਾਰ, ਮਾਂ ਦੇ ਦੇਣ ਅਸੀਂ ਨਹੀਂ ਦੇ ਸਕਦੇ। ਉਹ ਰੱਬ ਮਾਂ ਦੇ ਰੂਪ ਦੇ ਵਿੱਚ ਸਾਡੀ ਪਾਲਣਾ ਕਰਦਾ ਹੈ। ਨਾਇਕ ਹੈ। ਨਾਇਕ ਦਾ ਅਰਥ ਹੁੰਦਾ ਆਗੂ, ਅਗਵਾਈ ਕਰਨ ਵਾਲਾ। ਮਾਂ ਸਾਨੂੰ ਤੁਰਨਾ ਸਿਖਾਉਂਦੀ ਹੈ, ਮਾਂ ਸਾਨੂੰ ਬੋਲਣਾ ਸਿਖਾਉਂਦੀ ਹੈ, ਮਾਂ ਸਾਨੂੰ ਖਾਣਾ ਸਿਖਾਉਂਦੀ ਹੈ, ਮਾਂ ਸਾਨੂੰ ਪਹਿਨਣਾ ਸਿਖਾਉਂਦੀ ਹੈ। ਤੇ ਸਾਹਿਬ ਆਖਦੇ ਨੇ ਦਾਤਾ ਜੀ ਤੂੰ ਸਾਡਾ ਹਰ ਤਰ੍ਹਾਂ। ਹੁਣ ਬਾਣੀ ਪੜ੍ਹੀਏ ਨਾ, ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਬਚਨ ਸ਼ਬਦ ਵਰਤਿਆ ਕਿ ਸੁਤ ਅਪਰਾਧ ਕਰਤ ਹੈ ਜੀਤੇ, ਜਨਨੀ ਚੀਤ ਨ ਰਾਖਸ ਤੇਤੇ। ਮਾਂ ਕਦੇ ਵੀ ਆਪਣੇ ਬੱਚਿਆਂ ਦੇ ਗੁਨਾਹ ਚੇਤੇ ਨਹੀਂ ਕਰਦੀ। ਖਿਮਾ ਕਰਿਓ, ਮੈਂ ਵੀ ਇੱਕ ਬਾਪ ਹਾਂ। ਅਜੇ ਬਾਪ ਬੱਚਿਆਂ ਦੇ ਗੁਨਾਹ ਚਿਤਾਰ ਲੈਂਦਾ ਕਦੇ ਕਦੇ ਵੀ ਸਾਡੇ ਪੁੱਤਰ ਨੇ ਗਲਤੀ ਕੀਤੀ, ਸਾਡੀ ਧੀ ਨੇ ਗਲਤੀ ਕੀਤੀ। ਤੇ ਜੇ ਕਿਤੇ ਪਤੀ ਪਤਨੀ ਬੈਠੇ ਹੋਣ, ਬਾਪ ਇਹ ਗੱਲ ਕਹਿ ਵੀ ਦੇਵੇ ਵੀ ਸਾਡੇ ਬੱਚੇ ਨੇ ਗਲਤੀ ਕੀਤੀ ਹੈ, ਤੇ ਮਾਂ ਕਹਿੰਦੀ ਕੋਈ ਗੱਲ ਨਹੀਂ, ਛੱਡੋ ਇਸ ਗੱਲ ਨੂੰ। ਬੱਚੇ ਹੀ ਗਲਤੀਆਂ ਕਰਦੇ ਨੇ, ਕੋਈ ਨਹੀਂ ਬੱਚਿਆਂ ਦੇ ਗੁਨਾਹਾਂ ਤੇ ਪਰਦਾ ਪਾਓ। ਬੱਚਿਆਂ ਦੇ ਕਦੇ ਔਗਣ ਨਹੀਂ ਚਿਤਾਰਨੇ ਚਾਹੀਦੇ। ਅਜੇ ਪਿਤਾ ਚੇਤੇ ਕਰੇਗਾ ਕਿ ਸਾਡੇ ਬੱਚੇ ਨੇ ਗਲਤੀ ਕੀਤੀ ਹੈ, ਪਰ ਮਾਂ ਕਹੇਗੀ ਨਹੀਂ, ਛੱਡੋ ਇਹਨਾਂ ਗੱਲਾਂ ਨੂੰ, ਇਗਨੋਰ ਕਰਿਆ ਕਰੋ। ਬੱਚਿਆਂ ਦੀਆਂ ਗਲਤੀਆਂ ਨਹੀਂ ਕਦੇ ਚੇਤੇ ਕਰੀਦੀਆਂ। ਤੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਹ ਬਚਨ ਕਿਉਂ ਕਹਿ ਦਿੱਤੇ ਵੀ ਇੱਕ ਮਾਂ ਹੈ, ਜਨਨੀ ਹੈ, ਜਿਹੜੀ ਆਪਣੇ ਬੱਚੇ ਦੇ ਕਰੋੜਾਂ ਅਪਰਾਧ ਵੀ ਚੇਤੇ ਨਹੀਂ ਕਰਦੀ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਮਾਂ ਇੱਕ ਵੀ ਅਪਰਾਧ ਚੇਤੇ ਨਹੀਂ ਕਦੇ ਵੀ ਕਰਦੀ। ਤੇ ਸਤਿਗੁਰੂ ਨੇ ਕਿਰਪਾ ਕੀਤੀ, ਰੱਬ ਵੀ ਸਾਡੇ ਅਪਰਾਧ ਚੇਤੇ ਨਹੀਂ ਕਦੇ ਵੀ ਕਰਦਾ। ਉਹ ਬੜਾ ਮਿਹਰਬਾਨ ਹੈ। ਜਿਵੇਂ ਮਾਂ ਤਿਆਗ ਦੀ ਮੂਰਤ ਹੈ, ਮਮਤਾ ਦੀ ਮੂਰਤ ਹੈ, ਪਿਆਰ ਦੀ ਮੂਰਤ ਹੈ, ਰੱਬ ਵੀ ਸਾਡੇ ਤੋਂ ਕੁਝ ਨਹੀਂ ਮੰਗਦਾ। ਰੱਬ ਵੀ ਸਾਡੇ ਨਾਲ ਮੋਹ ਪਿਆਰ ਕਰਦਾ ਹੈ। ਆ ਧਰਤੀ, ਹਵਾ, ਪੌਣ, ਪਾਣੀ, ਇਹ ਰੱਬ ਸਾਡੇ ਮੋਹ ਕਰਕੇ ਚੰਗੀਆਂ ਚੀਜ਼ਾਂ ਜਿਵੇਂ ਅਸੀਂ ਬੱਚਿਆਂ ਨੂੰ ਦਿੰਦੇ ਆ, ਰੱਬ ਵੀ ਚਾਹੁੰਦਾ ਹੈ ਕਿ ਮੇਰੇ ਇਹ ਬੱਚੇ ਸਾਰੇ ਚੰਗੇ ਸੁਖੀ ਵਸਣ। ਅੱਜ ਦੀ ਆਬੋ ਹਵਾ ਜਿਹੜੀ ਹੈ, ਅੱਜ ਦਾ ਪੌਣ ਪਾਣੀ ਜੇ ਕਿੰਨਾ ਸ਼ੁੱਧ ਹੋ ਗਿਆ ਪਲਾਂ ਦੇ ਵਿੱਚ ਹੀ, ਕੁਝ ਦਿਨਾਂ ਦੇ ਵਿੱਚ ਹੀ। ਤੇ ਸਤਿਗੁਰੂ ਆਖਦੇ ਨੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ। ਦਾਤਾ ਜੀ ਤੂੰ ਹਰ ਪਲ ਪਲ ਵਿੱਚ ਸਾਨੂੰ ਪਾਲਦਾ ਹੈ। ਆ ਸਾਹ ਜਿਹੜੇ ਆਉਂਦੇ ਨੇ, ਸ਼ੁੱਧ ਹਵਾ ਸਾਡੇ ਅੰਦਰ ਜਾਂਦੀ ਹੈ, ਕਿਵੇਂ ਰੱਬ ਸਾਨੂੰ ਪਾਲਦਾ। ਅਸੀਂ ਰੱਬ ਦੇ ਬੱਚੇ ਬਣ ਕੇ ਰਹੀਏ। ਜਿਵੇਂ ਬੱਚਾ ਮਾਂ ਬਾਪ ਦੇ ਆਸਰੇ ਰਹਿੰਦਾ ਤੇ ਮਾਂ ਬਾਪ ਨੂੰ ਬੱਚੇ ਦਾ ਖਿਆਲ ਹੁੰਦਾ ਹੈ। ਜਦੋਂ ਬੱਚਾ ਸਿਆਣਾ ਹੋ ਜਾਏ ਨਾ, ਬੱਚਾ ਕਹਿਣ ਲੱਗ ਜਾਏ ਮੇਰਾ ਫਿਕਰ ਨਾ ਕਰਿਆ ਕਰੋ, ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਪਰ ਫਿਰ ਵੀ ਮਾਂ ਬਾਪ ਜਿੰਨਾ ਚਿਰ ਜਿਉਂਦੇ ਨੇ ਉਹ ਆਪਣੇ ਬੱਚਿਆਂ ਦਾ ਫਿਕਰ ਕਰਦੇ ਹੀ ਕਰਦੇ ਹਨ। ਉਹ ਕਹਿੰਦੇ ਕੋਈ ਗੱਲ ਨਹੀਂ ਪੁੱਤਰ, ਤੂੰ ਜਵਾਨ ਹੋ ਗਿਆ ਹੈ, ਤੂੰ ਭਾਵੇਂ ਬਾਪ ਬਣ ਗਿਆ, ਪਰ ਸਾਡਾ ਤੂੰ ਪੁੱਤਰ ਹੀ ਹੈ, ਸਾਡੀ ਤੂੰ ਧੀ ਹੈ। ਹਰ ਵੇਲੇ ਮਾਂ ਬਾਪ ਜਿਵੇਂ ਬੱਚਿਆਂ ਦੀ ਕੇਅਰ ਕਰਦੇ ਨੇ, ਇਸੇ ਤਰ੍ਹਾਂ ਪਰਮੇਸ਼ਰ ਸਾਡੀ ਕੇਅਰ ਕਰਦਾ ਹੈ। ਉਹ ਸਾਡੇ ਕਰੋੜਾਂ ਅਪਰਾਧ ਨਾਸ਼ ਕਰਦਾ ਹੈ, ਅਨੇਕ ਤਰ੍ਹਾਂ ਦੇ ਨਾਲ ਸਾਨੂੰ ਸਮਝਾਉਂਦਾ ਹੈ, ਕਦੇ ਕਦੇ ਸਾਨੂੰ ਸਜ਼ਾ ਵੀ ਦਿੰਦਾ ਹੈ, ਪਨਿਸ਼ਮੈਂਟ ਵੀ ਮਿਲਦੀ ਹੈ। ਕੋਈ ਗੁਨਾਹ ਕਰਦੇ ਹਾਂ, ਅਸੀਂ ਅਗਿਆਨੀ ਹਾਂ, ਸਾਡੀ ਮੱਤ ਥੋੜ੍ਹੀ ਹੈ, ਉਹ ਰੱਬ ਆਪਣੇ ਸੁਭਾਅ ਮੁਤਾਬਕ ਸਾਡੀ ਪਾਲਣਾ ਕਰਦਾ ਹੈ। ਤੇ ਸਹਿਬ ਆਖਦੇ ਨੇ ਦਾਤਾ ਜੀ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ,
ਤੇਰੀ ਆਸ ਤੇ ਅਸੀਂ ਜੀਉ ਰਹੇ। ਤੂੰ ਸਾਡਾ ਸੱਜਣ ਹੈ, ਸੁਖਦਾਈ ਹੈ, ਆਨੰਦ ਦੇਣ ਵਾਲਾ ਹੈ। ਕਿਰਪਾ ਕਰੋ, ਰਹਿਮਤਾਂ ਕਰੋ ਦਾਤਾ ਜੀ, ਸਾਡੇ ਤੇ ਸਾਡੀ ਰੱਖਿਆ ਕਰੋ, ਮਿਹਰ ਕਰੋ, ਤੁਸੀਂ ਦਇਆ ਦੇ ਘਰ ਹੋ। ਇਹ ਨਾਨਕ ਆਖੇ ਪ੍ਰਭੂ ਜੀ ਅਸੀਂ ਤੇਰੇ ਘਰ ਦੇ ਗੁਲਾਮ ਹਾਂ, ਤੇਰੇ ਘਰ ਦੇ ਦਾਸ ਹਾਂ, ਤੇ ਸਤਿਗੁਰੂ ਕਿਰਪਾ ਕਰਨ। ਆਓ ਗੁਰਮੁਖ ਪਿਆਰਿਓ, ਆਪਾਂ ਜਿਵੇਂ ਅੱਜ ਮਦਰਸ ਡੇ ਹੈ, ਇਹ ਲੋਕ ਮਨਾਉਂਦੇ ਨੇ, ਚੰਗੀ ਗੱਲ ਹੈ, ਮਾਂ ਨੂੰ ਸਮਰਪਿਤ ਹੈ। ਕਦੇ ਸਾਡੇ ਅੰਦਰੋਂ ਵੀ ਆਵਾਜ਼ ਉੱਠੇ, ਅਸੀਂ ਵੀ ਮਾਵਾਂ, ਭੈਣਾਂ, ਧੀਆਂ, ਉਹਨਾਂ ਦਾ ਬਣਦਾ ਸਨਮਾਨ ਸਮਾਜ ਵਿੱਚ ਕਰੀਏ, ਆਦਰ ਮਾਣ ਦਈਏ। ਸਾਡੀ ਟ੍ਰੈਜਡੀ ਹੈ ਕਿ ਜਿਹੜਾ ਸਾਡਾ ਇਤਿਹਾਸ, ਸਾਡੀ ਬਾਣੀ, ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ। ਜਦੋਂ ਤੋਂ ਪਾਵਨ ਦਰਬਾਰ ਸਾਹਿਬ ਬਣਿਆ, ਅਜੇ ਤੱਕ ਦਰਬਾਰ ਸਾਹਿਬ ਦੇ ਅੰਦਰ ਸਾਡੀ ਮਾਂ, ਸਾਡੀ ਭੈਣ, ਸਾਡੀ ਧੀ ਨੂੰ ਕੀਰਤਨ ਨਹੀਂ ਕਰਨ ਦਿੱਤਾ ਗਿਆ। ਦੇਸ਼ ਦੀ ਪ੍ਰਾਈਮ ਮਿਨਿਸਟਰ ਔਰਤ ਬਣ ਗਈ ਭਾਰਤ ਵਿੱਚ, ਔਰ ਇੱਧਰ ਧਰਮ ਅਸਥਾਨ ਦੇ ਵਿੱਚ ਔਰਤ ਨੂੰ ਬਣਦਾ ਸਨਮਾਨ ਅਸੀਂ ਨਹੀਂ ਦੇ ਸਕੇ। ਗੁਰੂ ਕਿਰਪਾ ਕਰੇ ਅਸੀਂ ਕਦੇ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ, ਵੇ ਆਫ ਲਾਈਫ ਬਣ ਜਾਏ, ਅਸੀਂ ਇਹਨੂੰ ਆਪਣੇ ਜੀਵਨ 'ਚ ਇੰਪਲੀਮੈਂਟ ਕਰ ਸਕੀਏ, ਗਾ ਕੇ, ਪੜ੍ਹ ਕੇ, ਸੁਣ ਕੇ, ਵਿਚਾਰ ਕੇ। ਸਤਿਗੁਰੂ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਧੰਨਵਾਦ ਗੁਰਦੁਆਰਾ ਮੈਨੇਜਮੈਂਟ, ਸਾਡੇ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਮੰਗਟ, ਔਰ ਧੰਨਵਾਦ ਸਾਡੇ ਸਤਿਕਾਰਯੋਗ ਜਿਨ੍ਹਾਂ ਦੀ ਅਣਥੱਕ ਸੇਵਾ ਇਸ ਗੁਰੂ ਘਰ ਦੇ ਵਿੱਚ ਹੈ। ਤਕਰੀਬਨ 10-1.5 ਮਹੀਨੇ ਤੋਂ ਇੱਥੇ, 1.5-2 ਮਹੀਨੇ ਤੋਂ ਇੱਥੇ ਸੇਵਾ ਕਰ ਰਿਹਾ ਹੈ। ਸਾਡੇ ਸਤਿਕਾਰਯੋਗ ਡਾਕਟਰ ਵਿਧੀ ਸਿੰਘ ਜੀ ਔਰ ਬੀਬੀ ਜੀ ਹਰਮਿੰਦਰ ਕੌਰ ਜੀ, ਪਰਿਵਾਰ। ਦਿਨ 'ਚ 2-2, 3-3, 4-4 ਗੇੜੇ ਵੀ ਲੱਗਣੇ, ਪਰ ਇੱਕ ਮਨ ਅੰਦਰ ਹੁੱਬ ਹੈ ਕਿ ਇਸ ਇਲਾਕੇ ਦੇ ਵਿੱਚ ਸਿੱਖੀ ਦਾ ਸੈਂਟਰ ਜਿਹੜਾ ਚੜ੍ਹਦੀ ਕਲਾ ਦੇ ਨਾਲ ਚੱਲੇ। ਔਰ ਅਸੀਂ ਹਰ ਵੇਲੇ ਨਜ਼ਰਾਂ ਰੱਖਦੇ ਹਾਂ ਵੀ ਸੰਗਤ ਆਏ, ਗੁਰਦੁਆਰੇ ਮੱਥਾ ਟੇਕ ਕੇ ਗੁਰੂ ਦਾ ਆਨੰਦ ਮਾਣੇ, ਇੱਥੇ ਸਿੱਖੀ ਦੀ ਗੱਲ ਹੋਵੇ। ਤੋ ਸਤਿਗੁਰੂ ਇਸੇ ਤਰ੍ਹਾਂ ਹੀ ਮੈਂ ਬੇਨਤੀ ਕਰਾਂ ਕਿ ਇਹਨਾਂ ਪਰਿਵਾਰਾਂ ਨੂੰ, ਇਹਨਾਂ ਗੁਰਮੁਖਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਤੰਦਰੁਸਤੀ ਦੇ, ਰੋਗਤਾ, ਔਰ ਆਪ ਸੰਗਤ ਦੇ ਪਿਆਰ ਸਦਕਾ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੱਚਮੁੱਚ ਹੀ ਸਿੱਖ ਲਹਿਰ ਇੰਟਰਨੈਸ਼ਨਲ ਇੱਕ ਵਰਲਡ ਵਾਈਡ 'ਤੇ ਚੱਲੇ ਪਈ ਅਤੇ ਸਿੱਖੀ ਦੀ ਗੱਲ ਹੁੰਦੀ ਹੈ। ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ। ਹੋਈਆਂ ਭੁੱਲਾਂ ਦੀ ਮੁਆਫੀ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ, ਡਾਕਟਰ ਸਾਹਿਬ ਪਹਿਲਾਂ ਮੇਰੇ 1-2 ਮਿੰਟ ਬੇਨਤੀ ਕਰਦੇ ਨੇ, ਫਿਰ ਸਰਦਾਰ ਮਨਜੀਤ ਸਿੰਘ ਜੀ ਸੰਗਤ 'ਚ ਵਿਚਾਰ ਸਾਂਝੇ ਕਰਨ। ਤੇ ਜੋ ਇਹ ਪਰਪਸ ਹੈ, ਜਿਸ ਪਰਪਸ ਲਈ ਸਥਾਨ ਆਪਾਂ ਸ਼ੁਰੂ ਕੀਤਾ ਹੈ, ਉਸ ਸਮੇਂ ਲਈ ਡਾਕਟਰ ਵਿਧੀ ਸਿੰਘ ਜੀ ਸਾਡੇ ਸਤਿਕਾਰਯੋਗ, ਤੇ ਉਹ ਤੋਂ ਉਪਰੰਤ ਸਰਦਾਰ ਮਨਜੀਤ ਸਿੰਘ ਜੀ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਕਿ ਆਪਣੀ ਅਣਥੱਕ ਮਿਹਨਤ ਦੇ ਨਾਲ, ਕਿਉਂਕਿ ਇੱਥੇ ਜਸਟ ਲਾਈਕ ਉਹ ਇਕਾਂਤੀ ਦਾ ਜੀਵਨ ਬਤੀਤ ਕਰ ਰਹੇ ਹਨ, ਉਹ ਕਿ ਪਰਿਵਾਰਕ ਬੰਦੇ ਹਨ, ਲੇਕਿਨ ਪਰਿਵਾਰਕ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਡੀ ਰਿਕੁਐਸਟ ਨੂੰ ਮੰਨਿਆ ਅਤੇ ਆਪਣੇ ਦਿਲ ਲਗਾ ਕੇ ਮਿਹਨਤ ਕਰਦੇ ਹਨ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਉਹਨਾਂ ਨੇ ਇਹ ਸਹਿਜ ਪਾਠ ਦਾ ਜੋ ਭੋਗ ਪਾਇਆ ਹੈ ਅਤੇ ਆਪਣਾ ਗੁਰਬਾਣੀ ਵਿਚਾਰ ਦਿੱਤਾ ਹੈ, ਸਾਡੇ ਵਾਸਤੇ ਬਹੁਤ ਹੀ ਅਣਮੁੱਲਾ ਹੈ ਅਤੇ ਆਸ ਕਰਦੇ ਹਾਂ ਕਿ ਅੱਗੇ ਨੂੰ ਵੀ ਇਸੇ ਤਰ੍ਹਾਂ ਸਾਨੂੰ ਆਪਣੀ ਸੇਵਾ ਬਖਸ਼ਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦੀ ਮਿਹਰ ਕਰਨ, ਜਿਵੇਂ ਗੁੰਗੇ ਤੋਂ ਗੀਤਾ ਦਾ ਪਾਠ ਕਰਵਾਇਆ ਸੀ, ਮੇਰੇ ਕੋਲੋਂ ਵੀ ਕੋਈ ਚੰਗੀ ਗੱਲ ਨਹੀਂ ਹੋਈ। ਭਾਈ ਰਣਜੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੇ ਇੱਥੇ ਦੀ ਸੰਗਤ ਦਾ ਸਾਰੀ ਦਾ ਧੰਨਵਾਦ, ਜਿਹੜਾ ਇਸ ਸਮੇਂ ਦੇ ਹਾਲਾਤ ਦੇ ਹਿਸਾਬ ਨਾਲ ਜਿਵੇਂ ਜਿਸ ਤਰ੍ਹਾਂ ਦਾ ਮਰਜ਼ੀ ਸਮਾਂ ਆ ਜਾਏ, ਜ਼ਿੰਦਗੀ ਚੱਲਦੀ ਰਹਿਣੀ ਹੈ। ਇਹ ਜਿਹੜਾ ਪੈਂਡੇਮਿਕ ਜਾਂ ਮਹਾਂਮਾਰੀ ਸ਼ੁਰੂ ਹੋਈ, ਜ਼ਿੰਦਗੀ ਇਹਦੇ ਵਿੱਚ ਵੀ ਚੱਲਦੀ ਰਹਿਣੀ ਹੈ। ਜ਼ਿੰਦਗੀ ਦਾ ਤਰੀਕਾ ਬਦਲ ਗਿਆ। ਉਹ ਬਦਲੇ ਹੋਏ ਤਰੀਕੇ ਦੇ ਵਿੱਚ
ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੀ ਮਹੱਤਤਾ ਹੋਰ ਵੀ ਜ਼ਿਆਦਾ ਬਣ ਗਈ। ਜਿਹੜੇ ਤਰੀਕੇ ਨਾਲ ਤੁਸੀਂ ਇਹ ਉਪਰਾਲਾ ਕੀਤਾ ਹੈ ਵੀ ਘਰਾਂ ਘਰਾਂ ਦੇ ਵਿੱਚ ਬਾਣੀ ਦਾ ਪ੍ਰਚਾਰ ਪਹੁੰਚੇ, ਗੁਰਮਤਿ ਦਾ ਸੁਨੇਹਾ ਪਹੁੰਚੇ, ਤੁਸੀਂ ਫੇਸਬੁੱਕ ਦੇ ਉੱਤੇ ਇੰਟਰਨੈਟ ਦੇ ਤਰੀਕੇ ਰਾਹੀਂ ਲਾਈਵ ਹੋ ਕੇ ਮੈਸੇਜ ਦਿੰਦੇ ਹੋ। ਜਿਵੇਂ ਹੁਣ ਸੋਸ਼ਲ ਡਿਸਟੈਂਸਿੰਗ ਆਪਾਂ ਦੂਰ ਦੂਰ ਰਹਿਣਾ ਆਪਣੇ ਲਈ ਜ਼ਰੂਰੀ ਹੈ, ਆਪਾਂ ਇਹ ਮਹਾਂਮਾਰੀ ਦਾ ਮੁਕਾਬਲੇ ਤੋਂ ਬਚ ਸਕੀਏ, ਉਹਦਾ ਵੀ ਧਿਆਨ ਰੱਖਿਆ ਜਾਂਦਾ ਅਤੇ ਬਾਣੀ ਦਾ ਪ੍ਰਵਾਹ ਵੀ ਲਗਾਤਾਰ ਚੱਲ ਰਿਹਾ। ਇਹ ਤੁਸੀਂ ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਜਿਵੇਂ ਹੁਣ ਵੀ ਜਿਹੜੀ ਸੰਗਤ ਇੱਥੇ ਵੀ ਹਾਜ਼ਰ ਹੈ, ਮੈਂ ਦੇਖ ਰਿਹਾ ਸਾਰੇ ਆਪਣਾ ਧਿਆਨ ਰੱਖ ਰਹੇ ਨੇ, ਕਾਫੀ ਦੂਰ ਦੂਰ ਜਿੱਦਾਂ ਗੌਰਮੈਂਟ ਦਾ ਹੁਕਮ ਹੈ ਉਹਦੇ ਨਾਲੋਂ ਵੀ ਜ਼ਿਆਦਾ ਫਰਕ 'ਤੇ ਆਪਾਂ ਬਹਿੰਦੇ ਹਾਂ। ਮੇਰਾ ਖਿਆਲ ਇਸ ਤਰੀਕੇ ਦੇ ਨਾਲ ਆਪਾਂ ਨੂੰ ਗੌਰਮੈਂਟ ਦੇ ਹੁਕਮ ਵੀ ਸਾਰਾ ਕੁਝ ਮੰਨਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦਾ ਉਦੇਸ਼ ਕੀ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਪੂਰੇ ਟੁੱਟੇ ਪਾ। ਜਵਾਬ ਹੈਗਾ ਬਾਣੀ ਦਾ, ਹੁਕਮ ਰਜਾਈ ਚੱਲਣਾ, ਨਾਨਕ ਲਿਖੇ। ਹੁਕਮ ਜਿਵੇਂ ਮੈਨੂੰ ਸਮਝ ਪੈਂਦੀ ਹੈ, ਜੋ ਓਵਰਆਲ ਜੋ ਸਿਸਟਮ ਜਿਸ ਤਰ੍ਹਾਂ ਦਾ ਸਮਾਂ, ਜਿਵੇਂ ਕੁਦਰਤ ਦੇ ਜੋ ਅਸੂਲ ਨੇ ਉਹਦੇ ਮੁਤਾਬਕ ਆਪਾਂ ਸੋ ਇਹ ਵੀ ਇੱਕ ਹੁਕਮ ਦਾ ਹਿੱਸਾ ਹੀ ਹੈ, ਹੁਕਮ ਮੰਨਣ ਦਾ ਹਿੱਸਾ ਹੀ ਹੈ ਵੀ ਜਿੰਨੀ ਨਿਮਰਤਾ ਦੇ ਨਾਲ, ਜਿੰਨੀ ਆਪਾਂ ਡੈਡੀਕੇਸ਼ਨ ਦੇ ਨਾਲ, ਜੋ ਗੌਰਮੈਂਟ ਦੇ ਚਾਹੇ ਹੁਕਮ ਹੋਣ, ਚਾਹੇ ਮੈਡੀਕਲ ਸਾਇੰਸ ਦੇ ਹਿਸਾਬ ਨਾਲ, ਆਪਾਂ ਸਾਰੇ ਜਾਣੇ ਉਹਨੂੰ ਮੰਨ ਕੇ ਆਪਣਾ ਗੁਰਮਤਿ ਦੇ ਪ੍ਰਚਾਰ ਪ੍ਰੋਗਰਾਮ ਵੀ ਚੱਲਦੇ। ਜਿਵੇਂ ਭਾਈ ਸਾਹਿਬ ਨੇ ਥੋੜ੍ਹਾ ਜਿਹਾ ਮਦਰਸ ਡੇ ਦੇ ਸੰਬੰਧ ਦੇ ਵਿੱਚ ਗੱਲ ਸ਼ੁਰੂ ਕੀਤੀ, ਅਤੇ ਹਰਿਮੰਦਰ ਸਾਹਿਬ ਬਾਰੇ ਵੀ ਉੱਥੇ ਹਜੇ ਤੱਕ ਸਾਡੀਆਂ ਮਾਵਾਂ ਨੂੰ ਉੱਥੇ ਪਾਠ ਕਰਨ ਦਾ, ਸੇਵਾ ਕਰਨ ਦਾ ਅਧਿਕਾਰ ਨਹੀਂ। ਮੇਰਾ ਖਿਆਲ ਆਪਾਂ ਥੋੜ੍ਹਾ ਜਿਹਾ ਬਚਾਅ ਰੱਖੀਏ ਕਿ ਜਿੱਦਾਂ ਦਾ ਆਪਣੇ ਮਾਹੌਲ ਚੱਲ ਰਿਹਾ ਧਰਮ ਦੇ ਵਿੱਚ, ਆਪਾਂ ਕਿਸੇ ਝਗੜੇ 'ਚ ਨਾ ਪੈ ਜਾਈਏ। ਹਰਿਮੰਦਰ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਜਿੱਥੇ ਜਿੱਥੇ ਆਪਣਾ ਪ੍ਰਬੰਧ ਹੈ, ਇੱਥੇ ਮੈਂ ਮਾਵਾਂ ਨੂੰ ਉਲਾਂਭਾ ਦਿੰਦਾ, ਤੁਸੀਂ ਇੱਥੇ ਸੇਵਾ ਦਾ ਹੱਕ ਨਹੀਂ ਲੈਂਦੇ, ਤੁਸੀਂ ਇੱਥੇ ਸੇਵਾ ਦਾ ਹੱਕ ਲਿਆ ਕਰੋ, ਸੇਵਾ ਕਰਿਆ ਕਰੋ। ਆਪਾਂ ਨੂੰ ਇਹ ਜ਼ਰੂਰੀ ਨਹੀਂ ਹੈਗਾ ਵੀ ਇਹ ਭਾਈ ਸਾਹਿਬ ਨੇ ਪਾਠ ਕਰਨਾ। ਭਾਈ ਸਾਹਿਬ ਆਪਣੀ ਮਦਦ ਕਰਨ ਲਈ ਨੇ, ਇਹ ਇਸ ਕੰਮ ਦੇ ਵਿੱਚ ਪ੍ਰੋਫੈਸ਼ਨਲ ਨੇ, ਇਹਨਾਂ ਨੇ ਸਿੱਖਿਆ ਲਈ ਹੋਈ ਹੈ, ਇਹਨਾਂ ਨੂੰ ਆਪਣੇ ਨਾਲੋਂ ਜ਼ਿਆਦਾ ਨੌਲੇਜ ਹੋ ਸਕਦੀ ਹੈ। ਪਰ ਅਸੀਂ ਇਹਨਾਂ ਦੀ ਗਾਈਡੈਂਸ ਦੇ ਅੰਡਰ ਅਸੀਂ ਆਪਣੀ ਤਿਆਰੀ ਕਰਨੀ ਹੈ। ਆਪਣੇ ਬੱਚੇ ਨੇ ਉਹ ਆਪ ਸੇਵਾ ਕਰਨ ਲੱਗਣ ਅਤੇ ਭਾਈ ਸਾਹਿਬ ਉਹਨਾਂ ਦੀ ਹੈਲਪ ਕਰਨ। ਜੇ ਸਾਰਾ ਕੰਮ ਭਾਈ ਸਾਹਿਬ ਹੀ ਕਰ ਜਾਣਗੇ, ਭਾਈ ਸਾਹਿਬ ਨੇ ਤਾਂ ਬਹੁਤ ਪਾਠ ਕੀਤੇ ਹੋਏ ਨੇ, ਇਹ ਆਪ ਹੀ ਪਾਠ ਕਰੀ ਜਾਂਦੇ ਨੇ, ਅਤੇ ਮੇਰਾ ਖਿਆਲ ਆਪਾਂ ਸਾਰੇ ਕਰਿਆ ਕਰੀਏ। ਬੀਬੀਆਂ ਖਾਸ ਤੌਰ 'ਤੇ ਆਪਾਂ ਉੱਪਰ ਵਾਲਿਆਂ ਨੂੰ ਨਹੀਂ ਕਹਿਣਾ, ਇੱਥੇ ਜੋ ਹੋ ਸਕਦਾ ਆਪਾਂ ਉਹ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਵੱਧ ਤੋਂ ਵੱਧ, ਜਿਵੇਂ ਬਰਾਬਰੀ ਦਾ ਮੈਸੇਜ ਆ, ਆਪਾਂ ਆਪਣੇ ਗੁਰੂ ਘਰ ਦੇ ਵਿੱਚ ਬਰਾਬਰੀ ਲਾਗੂ ਕਰੀਏ, ਅਤੇ ਬੀਬੀਆਂ ਖਾਸ ਤੌਰ 'ਤੇ ਮੂਹਰੇ ਹੋ ਕੇ ਸੇਵਾ ਕਰਨ। ਅਤੇ ਸਾਡੀ ਬੇਟੀ ਰਮਨਦੀਪ ਨੇ ਜ਼ਿੰਮੇਵਾਰੀ ਲਈ ਆ, ਅਤੇ ਇਹ ਮੇਰਾ ਖਿਆਲ ਇਹਨੂੰ ਇੱਥੇ ਦੀ ਲੋਕਲ ਆਪਾਂ ਮਦਰਸ ਡੇ ਵਾਲੇ ਦਿਨ ਇਹਨੂੰ ਇੱਥੇ ਦੀ ਜਥੇਦਾਰ ਬਣਾ ਦਈਏ ਵੀ ਬੀਬੀਆਂ ਵੱਲੋਂ ਇਹ ਇੱਥੇ ਲੋਕਲ ਪ੍ਰੋਗਰਾਮਾਂ ਦੇ ਵਿੱਚ ਭਾਈ ਸਾਹਿਬ ਦੀ ਹੈਲਪ ਕਰਿਆ ਕਰਨ। ਸਾਡੇ ਜਕਾਰਾ ਜੀ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਹੋਰ ਵੀ ਬੀਬੀਆਂ ਜਿੰਨੀਆਂ ਵੀ ਹੈਗੀਆਂ ਨੇ, ਬੱਚੀਆਂ ਨੇ, ਚਾਹੇ ਬਜ਼ੁਰਗ ਨੇ, ਉਹ ਵੱਧ ਤੋਂ ਵੱਧ ਅੱਗੇ ਆਉਣ ਸਾਰੇ ਸਮਾਜ ਦੇ ਵਿੱਚ ਨਾ, ਚਾਹੇ ਗੁਰਦੁਆਰਾ ਕਮੇਟੀਆਂ 'ਚ ਲਾ ਲਓ, ਚਾਹੇ ਪੰਚਾਇਤਾਂ 'ਚ ਲਾ ਲਓ, ਚਾਹੇ ਦੂਜੀਆਂ ਇਲੈਕਸ਼ਨਾਂ ਦੇ ਵਿੱਚ ਲਾ ਲਓ। ਗੌਰਮੈਂਟਾਂ ਰਿਜ਼ਰਵ ਕਰ ਦਿੰਦੀਆਂ ਨੇ ਵੀ ਇੰਨੀਆਂ ਸੀਟਾਂ ਬੀਬੀਆਂ ਲਈ ਨੇ, ਕੋਈ ਬੀਬੀ ਨਹੀਂ ਆਉਂਦੀ, ਸਾਨੂੰ ਘਰਾਂ 'ਚੋਂ ਮਿੰਨਤਾਂ ਕਰਨੀਆਂ ਪੈਂਦੀਆਂ ਨੇ ਵੀ ਤੂੰ ਹੋ ਜਾ, ਕਹਿੰਦੀ ਨਹੀਂ ਮੈਂ ਨਹੀਂ। ਬੀਬੀਆਂ ਮਸਾਂ ਨਾ ਪੂਰੀਆਂ ਕਰੀਦੀਆਂ ਨੇ। ਸੋ ਵੱਧ ਤੋਂ ਵੱਧ ਆਪੇ ਹੀ ਅੱਗੇ ਆ ਕੇ ਸੇਵਾ ਲਓ, ਤਾਂ ਕਿ ਜਦੋਂ ਤੁਸੀਂ ਸੇਵਾ ਵਧੀਆ ਕਰਨੀ ਹੈ, ਤੁਸੀਂ ਬੰਦਿਆਂ ਨਾਲੋਂ ਵਧੀਆ ਸੇਵਾ ਕਰਨੀ ਹੈ। ਕਿਉਂਕਿ ਤੁਸੀਂ ਜਿੰਨਾ ਅਸੀਂ ਮੇਰਾ ਖਿਆਲ ਲੜਦੇ ਹਾਂ ਬੰਦੇ ਗੁਰੂ ਘਰਾਂ ਦੇ ਵਿੱਚ ਲਾ ਲਓ ਜਾਂ ਹੋਰ ਸਾਂਝੇ ਪਬਲਿਕ ਜਗ੍ਹਾ 'ਤੇ ਲਾ ਲਓ, ਉਹਦੇ ਨਾਲੋਂ ਬੀਬੀਆਂ ਦੇ ਹੱਥ ਦੇ ਵਿੱਚ ਪ੍ਰਬੰਧ ਹੋਊਗਾ ਤਾਂ ਮੇਰੇ ਖਿਆਲ ਜ਼ਿਆਦਾ ਵਧੀਆ ਹੋਊਗਾ। ਪਰ ਪ੍ਰਬੰਧ ਲਓ ਆ। ਇੰਨੀਆਂ ਬੇਨਤੀਆਂ ਕਰਦਾ, ਤੁਹਾਡਾ ਫੇਰ ਬਹੁਤ ਬਹੁਤ ਧੰਨਵਾਦ, ਵਾਰ-ਵਾਰ ਧੰਨਵਾਦ। ਅਤੇ ਵੱਧ ਚੜ੍ਹ ਕੇ ਗੁਰੂ ਘਰ ਦੇ ਪ੍ਰੋਗਰਾਮਾਂ ਦੇ ਵਿੱਚ ਸਾਰੇ ਹਿੱਸਾ ਪਾਓ। ਜਿੰਨਾ ਗੁਰੂ ਘਰ ਨੂੰ ਵਰਤਿਆ ਜਾਏ, ਜਿੰਨੀ ਗੁਰੂ ਘਰ ਦੇ ਵਿੱਚੋਂ ਨੌਲੇਜ ਆਪਾਂ ਨੂੰ ਮਿਲੇ, ਗੁਰਮਤਿ ਜੀਵਨ ਕਿਵੇਂ ਜਿਉਣਾ,
ਓਨਾ ਹੀ ਸਮਝ ਲਓ ਗੁਰੂ ਘਰ ਦੀ ਕਾਮਯਾਬੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।